ਸਤਿ ਸ਼੍ਰੀ ਅਕਾਲ ਜੀ। ਆਈ ਹੋਪ ਐਵਰੀਵਨ ਇਜ਼ ਫਾਈਨ। ਆਸ ਕਰਦਾ ਮੈਂ ਸਾਰੇ ਤੰਦਰੁਸਤ ਤੇ ਚੜ੍ਹਦੀ ਕਲਾ 'ਚ ਹੋਵੋਗੇ। ਦ ਵੇ ਇਨਸੀਡੈਂਟਸ ਆ ਅਨਫੋਲਡਿੰਗ, ਜਿਵੇਂ ਘਟਨਾਵਾਂ ਜੋ ਵਾਪਰ ਰਹੀਆਂ ਤੇ ਜਿਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ 'ਚ ਸਾਡੇ ਸਾਹਮਣੇ ਆ ਰਹੀਆਂ, ਉਸ ਸੰਦਰਭ 'ਚ ਉਸ ਕੌਨਟੈਕਸਟ 'ਚ ਵੀ ਅੱਜ ਰੂਬਰੂ ਹੋਇਆ। ਬੜਾ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਸਰਦਾਰ ਸੁਖਪਾਲ ਸਿੰਘ ਖਹਿਰਾ, ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ। ਹੁਣ ਦੂਜੇ ਪਾਸੇ ਕਾਂਗਰਸ ਜਿਹੜੀ ਕਿ ਪੰਜਾਬ 'ਚ ਪਾਵਰ 'ਚ ਆ, ਸੱਤਾ 'ਚ ਆ, ਸੂਬੇ ਦੀ ਪਾਵਰ ਉਹਨਾਂ ਕੋਲੇ ਆ, ਸੂਬੇਦਾਰੀ ਜਿਹੜੀ ਚਾਹੇ ਹੈ ਲੰਗੜੀ ਉਹਨਾਂ ਕੋਲੇ ਆ। ਸੋ ਉਹਨਾਂ ਦਾ ਕੋਈ ਇਸ ਗੱਲ ਤੇ ਸਟੈਂਡ ਨਹੀਂ ਆਉਂਦਾ। ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ, ਇਸ ਗੱਲ ਨੂੰ ਆਪਾਂ ਬਹੁਤ ਧਿਆਨ ਨਾਲ ਸਮਝਣਾ। ਚਾਹੇ ਕੌਨਫਲਿਕਟ ਪੋਲੀਟਿਕਸ ਹੋਵੇ, ਸੰਘਰਸ਼ ਦੀ ਪੋਲੀਟਿਕਸ ਹੋਵੇ, ਜਾਂ ਮੇਨ ਸਟ੍ਰੀਮ ਪੋਲੀਟਿਕਸ ਜਿਹੜੀ ਵੋਟ ਪੋਲੀਟਿਕਸ ਆ ਉਹ ਹੋਵੇ, ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰਕੇ ਸੈਂਟਰ ਨੇ ਜਾਂ ਬੀਜੇਪੀ ਸਰਕਾਰ ਨੇ ਇਹ ਗੱਲ ਸਾਨੂੰ ਸਮਝਣ ਲਈ ਇੱਕ ਇਸ਼ਾਰਾ ਕੀਤਾ ਵੀ ਕੋਈ ਵੀ ਬੰਦਾ, ਚਾਹੇ ਕੌਨਫਲਿਕਟ ਪੋਲੀਟਿਕਸ ਦਾ ਬੰਦਾ ਹੋਵੇ ਜਾਂ ਉਹ ਬੰਦਾ ਮੇਨ ਸਟ੍ਰੀਮ ਪੋਲੀਟਿਕਸ ਦਾ ਹੋਵੇ, ਜਿਹੜੀ ਵੋਟ ਪੋਲੀਟਿਕਸ ਆ ਉਹਦਾ ਹੋਵੇ, ਜੇ ਪੰਜਾਬ ਪੱਖੀ ਗੱਲ ਕਰੂਗਾ ਤੇ ਅਸੀਂ ਉਹਨੂੰ ਕੋਈ ਸਪੇਸ ਨਹੀਂ ਦੇਵਾਂਗੇ, ਕੋਈ ਜਗ੍ਹਾ ਨਹੀਂ ਦੇਵਾਂਗੇ। ਹੁਣ ਇਹ ਗੱਲ ਨੂੰ ਆਪਾਂ ਥੋੜਾ ਜਿਹਾ ਕਿਸੇ ਲੌਜਿਕ ਦੇ ਨਾਲ ਜਾਂ ਕਿਸੇ ਤੱਥਾਂ ਦੇ ਆਧਾਰ ਤੇ ਸਮਝਦੇ ਆ। ਮੇਨ ਸਟ੍ਰੀਮ ਪੋਲੀਟਿਕਸ 'ਚ ਕੁਛ ਕੁ ਬੰਦੇ ਆ ਜਿਹੜੇ ਪੰਜਾਬ ਪੱਖੀ ਗੱਲ ਕਰਦੇ ਆ, ਜਾਂ ਪੰਜਾਬ ਦੇ ਜਿਹੜੇ ਅਸਲ ਮਸਲੇ ਆ ਉਹਨਾਂ ਤੇ ਉਹਨਾਂ ਨੇ ਹਮੇਸ਼ਾ ਗੱਲ ਕੀਤੀ ਆ। ਉਹਨਾਂ 'ਚੋਂ ਇੱਕ ਨਾਂ ਸਰਦਾਰ ਸੁਖਪਾਲ ਸਿੰਘ ਖਹਿਰਾ। ਉਹਨਾਂ ਨੇ ਹਮੇਸ਼ਾ ਸਾਡੇ ਨਾਲ ਖੜ ਕੇ ਤੇ ਪੰਥਕ ਭਾਵਨਾਵਾਂ ਨੂੰ ਵੀ ਸਮਝ ਕੇ, ਕਿਉਂਕਿ ਉਹ ਜਿਹੜੀ ਪੋਲੀਟਿਕਸ ਆ, ਜਿਹੜੀ ਆਪਾਂ ਪੰਜਾਬ ਦੀ ਪੋਲੀਟਿਕਸ ਦੀ ਗੱਲ ਕਰਦੇ ਆ, ਇਹ ਸੈਂਟਰ ਦੀ ਪੋਲੀਟਿਕਸ ਤੋਂ ਵੱਖਰੀ ਆ। ਪੰਜਾਬ 'ਚ ਇੱਕ ਮਾਈਨੋਰਿਟੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਾਂ ਇੱਕ ਡਾਇਵਰਸਿਟੀ ਵਸਦੀ ਆ, ਜਿਹੜੀ ਸੈਂਟਰ ਹਮੇਸ਼ਾ ਆਪਦੇ ਆਪ 'ਚ ਆਪਦੀ ਸੈਂਟਰਲ ਪੋਲੀਟਿਕਸ 'ਚ ਮਿਲਾਉਣਾ ਚਾਹੁੰਦੀ ਆ ਉਹਨੂੰ, ਜਾਂ ਸਾਡੇ ਹੋਂਦ ਤੇ ਸਾਡੇ ਸੱਭਿਆਚਾਰ ਤੇ ਜਿਹੜੇ ਹਮਲੇ ਹੁੰਦੇ ਆ ਇਸੇ ਕਰਕੇ ਹੁੰਦੇ ਆ ਵੀ ਸਾਡੀ ਆਪਦੀ ਇੱਕ ਸੱਭਿਆਚਾਰਕ ਹੋਂਦ ਖਤਮ ਹੋ ਜੇ ਤੇ ਅਸੀਂ ਦਿੱਲੀ ਦੇ ਜਿਹੜੀ ਇੱਕ ਹੋਂਦ ਆ, ਚਾਹੇ ਪੋਲੀਟੀਕਲ ਆ ਚਾਹੇ ਸੋਸ਼ਲ, ਜਿਹੜਾ ਉਹ ਇੱਕ ਨੇਸ਼ਨ ਦੀ ਪਾਲਿਸੀ ਲੈ ਕੇ ਚੱਲੇ ਆ, ਉਹਦੇ 'ਚ ਅਸੀਂ ਇਹਨਾਂ ਨੂੰ ਜਜ਼ਬ ਕਰ ਲਈਏ, ਅਸਿਮੀਲੇਟ ਕਰ ਲਈਏ ਜਾਂ ਐਲੀਮੀਨੇਟ ਕਰ ਦਈਏ। ਸੋ ਆਪਾਂ ਗੱਲ ਕਰ ਰਹੇ ਸੀ, ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਹਮੇਸ਼ਾ, ਜਾਂ ਤਾਂ ਉਹਨਾਂ ਨੇ UAPA ਵਾਲੇ ਸਾਡੇ ਤੇ ਕੇਸ ਜਦੋਂ ਪੈਂਦੇ ਆ ਉਹਨਾਂ ਦੀ ਗੱਲ ਕੀਤੀ, ਫਿਰ ਬਾਈਬਲ ਕਲਾ ਗੋਲੀ ਕਾਂਡ ਦੀ ਸਾਡੇ ਨਾਲ ਡਟ ਕੇ ਹਮਾਇਤ ਕੀਤੀ, ਫਿਰ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਜੋ ਹੋਇਆ ਇਹਦੇ ਤੇ ਸਾਡੇ ਨਾਲ ਹਮੇਸ਼ਾ ਖੜੇ ਡਟ ਕੇ ਬੋਲੇ, ਪੰਜਾਬ ਦੇ ਹੱਕਾਂ ਦੀ ਗੱਲ ਕੀਤੀ, ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ। ਅਗਲੀ ਗੱਲ, ਹੁਣੇ ਜਦੋਂ BSF ਦਾ ਘੇਰਾ ਇਹਨਾਂ ਨੇ 50 ਕਿਲੋਮੀਟਰ ਤੱਕ ਵਧਾਤਾ, ਉਹਦੇ ਮਸਲੇ ਤੇ ਵੀ ਉਹ ਬੋਲੇ ਤੇ ਸਾਡੇ ਨਾਲ ਖੜੇ। ਹੁਣ ਇਸ ਗੱਲ ਨੂੰ ਆਪਾਂ ਸਮਝੀਏ, ਦੋ ਪਹਿਲੂ ਆ ਇਸ ਗੱਲ ਦੇ, ਦੋ ਜਿਹੜੇ ਪਰਸਪੈਕਟਿਵ ਆ ਉਹ ਕੀ ਆ। ਪਹਿਲਾ ਪਰਸਪੈਕਟਿਵ ਇਹ ਆ ਵੀ ਜਦੋਂ ਸੰਘਰਸ਼ 'ਚ ਜਾਂ ਇੱਕ ਜਿਹੜੀ ਕੌਨਫਲਿਕਟ ਪੋਲੀਟਿਕਸ ਦੇ ਬੰਦੇ, ਜਾਂ ਸਾਡੇ ਵਰਗੇ ਜਦੋਂ 26 ਜਨਵਰੀ ਨੂੰ, ਅੱਜ ਤਾਂ ਸਾਰੇ ਹੀ ਇਹ ਕਹਿ ਰਹੇ ਆ ਨਾ, ਅੱਜ ਤਾਂ ਮੇਘਾਲਿਆ ਦਾ ਇੱਕ BJP ਦਾ ਗਵਰਨਰ ਕਹਿ ਰਿਹਾ ਵੀ ਉੱਥੇ ਸਿੱਖਾਂ ਨੇ ਜਾਂ ਪੰਜਾਬ ਦੇ ਬੰਦਿਆਂ ਨੇ, ਸੰਘਰਸ਼ੀ ਬੰਦਿਆਂ ਨੇ, ਜਦੋਂ ਸ਼੍ਰੀ ਨਿਸ਼ਾਨ ਸਾਹਿਬ ਆਪਣਾ ਉੱਥੇ ਆਪਾਂ ਲਾਇਆ ਤੇ ਕਿਸਾਨੀ ਝੰਡਾ ਲਾਇਆ, ਉਹ ਕੁਛ ਗਲਤ ਨਹੀਂ ਕੀਤਾ। ਜਿਸ ਗੁਰੂ ਨੇ, ਜੋ ਜਗਤ ਦੀ ਚਾਦਰ ਆ, ਹਿੰਦ ਦੀ ਚਾਦਰ ਆ, ਜਿਹਨੇ ਸ਼ਹਾਦਤ ਦਿੱਤੀ ਉੱਥੇ, ਤੇ ਉਹਦੇ ਬੱਚੇ ਜਾ ਕੇ ਉੱਥੇ ਨਿਸ਼ਾਨ ਸਾਹਿਬ ਕਿਉਂ ਨਹੀਂ ਚਲਾ ਸਕਦੇ? ਉਹਨਾਂ ਦਾ ਹੱਕ ਸੀ। ਪਰ ਇਹ ਗੱਲਾਂ 26 ਜਨਵਰੀ ਨੂੰ ਕਿਉਂ ਨਹੀਂ ਬਾਹਰ ਆਈਆਂ? ਇਹ ਗੱਲਾਂ ਅੱਜ ਸਾਡੇ, ਇੱਕ ਗੱਲ ਆਪਾਂ ਹੋਰ ਕਰਾਂਗੇ ਵੀ CM ਜਿਹੜੇ ਮੌਜੂਦਾ ਸਰਦਾਰ ਚੰਨੀ, ਉਹਨਾਂ ਨੇ ਵੀ ਇਹ ਗੱਲ ਕਹੀ ਵੀ 26 ਜਨਵਰੀ ਨੂੰ ਜਿਨ੍ਹਾਂ ਤੇ ਕੇਸ ਪਏ ਸੀ ਉਹਨਾਂ ਨੂੰ ਅਸੀਂ 2-2 ਲੱਖ ਰੁਪਈਆ ਦੇਵਾਂਗੇ, ਜਾਂ 26 ਜਨਵਰੀ ਨੂੰ 86 ਕੁਛ ਬੰਦੇ ਆ ਉਹਨਾਂ ਨੇ ਆਈਡੈਂਟੀਫਾਈ ਕੀਤਾ ਉਹਨਾਂ ਨੂੰ, ਤੇ ਉਹਨਾਂ ਨੂੰ 2-2 ਲੱਖ ਰੁਪਈਆ ਦੇਵਾਂਗੇ। ਇਹ ਗੱਲ ਆਰਥਿਕ ਨਹੀਂ ਆ ਚੰਨੀ ਸਾਹਿਬ, ਇਹ ਮਸਲੇ ਹੋਂਦ ਦੇ ਆ, ਇਹ ਮਸਲੇ ਪਛਾਣ ਦੇ ਆ, ਇਹ ਮਸਲੇ ਆਪਦੇ ਫਲਸਫੇ ਦੇ ਆ, ਇਹ ਮਸਲੇ ਸਾਡੀ ਸੱਭਿਆਚਾਰਕ ਹੋਂਦ ਦੇ ਆ। ਸੋ ਆਪਾਂ ਆਵਾਂਗੇ ਇਸ ਗੱਲ ਤੇ। ਉਦੋਂ ਪਹਿਲਾਂ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰ ਰਹੇ ਸੀ। ਸੋ ਕੌਨਫਲਿਕਟ ਪੋਲੀਟਿਕਸ 'ਚ ਵੀ ਇਹਨਾਂ ਨੇ ਸਾਨੂੰ ਡਾਇਸੈਂਟ ਦੀ ਕੋਈ ਸਪੇਸ ਨਹੀਂ। ਉੱਥੇ ਜੇ ਤੁਸੀਂ ਪੀਸਫੁਲੀ ਬੜੇ ਇੱਕ ਜਾਬਤੇ 'ਚ ਰਹਿ ਕੇ ਸ਼ਾਂਤਮਈ
ਤੁਸੀਂ ਇਸ ਸਰਕਾਰ ਤੇ ਜਾਂ ਇਸ ਸਟੇਟ ਦੇ ਇਹਨਾਂ ਨੂੰ ਜਗਾਓਗੇ, ਇੱਕ ਆਵਾਜ਼ ਬੁਲੰਦ ਕਰੋਗੇ ਆਪਦੇ ਹੱਕਾਂ ਲਈ, ਤੁਹਾਡੀ ਕੋਈ ਜਗ੍ਹਾ ਨਹੀਂ ਹੈ ਉੱਥੇ। ਸਾਨੂੰ ਦਿਖਾਇਆ 26 ਜਨਵਰੀ ਨੂੰ ਹਰ ਯੂਨਿਟ ਸਾਡੇ ਉਲਟ ਭੁਗਤਿਆ, ਇੱਥੋਂ ਤੱਕ ਕਿ ਸਾਡੇ ਆਪਦੇ ਕਿਸਾਨ ਆਗੂ ਸਾਡੇ ਉਲਟ ਭੁਗਤ ਗਏ। ਤੁਹਾਡੇ ਯਾਦ ਹੋਣਾ ਜਦੋਂ ਚੜੂਨੀ ਸਾਹਿਬ ਵੀ ਇਹ ਗੱਲਾਂ ਕਰ ਗਏ ਸੀ ਵੀ 26 ਨੂੰ ਜੋ ਅਸੀਂ ਕੀਤਾ ਉਸ ਕਰਕੇ ਤਾਂ 84 ਵਾਪਰ ਜਾਣੀ ਸੀ। ਮਤਲਬ ਜਦੋਂ ਤੁਸੀਂ ਆਪਦੇ ਹੱਕ ਲੈਣ ਵਾਸਤੇ ਆਵਾਜ਼ ਬੁਲੰਦ ਕਰੋਗੇ, ਕੋਈ ਇੱਕ ਐਕਸਪ੍ਰੈਸ਼ਨ ਆਪਦਾ ਜ਼ਾਹਰ ਕਰੋਗੇ, ਤੁਹਾਡੇ ਤੇ 84 ਵਾਪਰ ਜੂਗੀ। ਸੋ ਇਹਦਾ ਮਤਲਬ ਇਹ ਹੋਇਆ ਵੀ ਤੁਸੀਂ ਆਪਦੇ ਹੱਕ ਨਾ ਮੰਗਿਓ, ਤੁਸੀਂ ਆਪਦੀ ਆਵਾਜ਼ ਨਾ ਬੁਲੰਦ ਕਰਿਓ, ਨਹੀਂ ਤਾਂ 84 ਵਾਪਰ ਜੂਗੀ। ਦੇਖੋ, ਵਿਕਟਮ ਨੂੰ ਡਰਾ ਕੇ ਰੱਖਣਾ, ਅਸੀਂ ਤਾਂ ਵਿਕਟਮ ਆ ਨਾ। 84 ਸਾਡੇ ਤੇ ਜੋ ਵਾਪਰੀ, ਅਸੀਂ ਉਹ ਭੋਗੀ ਆ, ਇੱਕ ਨਸ਼ਲਕੁਸ਼ੀ ਭੋਗੀ ਆ, ਤੇ ਤੁਸੀਂ ਸਾਨੂੰ ਹੀ ਕਹੀ ਜਾਓ ਤੁਹਾਡੇ ਤੇ 84 ਵਾਪਰ ਜੂ ਜੇ ਤੁਸੀਂ ਆਪਦੇ ਹੱਕ ਲੈਣ ਦੀ ਗੱਲ ਕੀਤੀ। ਅਗਲੀ ਗੱਲ, ਉਹਦੇ ਕੋਈ ਮੇਨ ਸਟ੍ਰੀਮ ਪੋਲਿਟਿਕਸ ਦਾ ਬੰਦਾ ਹੋਵੇ, ਕੋਈ ਸਮਾਜ ਸੇਵੀ ਹੋਵੇ, ਕੋਈ ਬੰਦਾ ਇਸ ਸਾਰੇ ਦੇਸ਼ ਦਾ, ਇੰਡੀਆ ਦਾ ਕਿਸੇ ਤਰ੍ਹਾਂ ਦਾ ਵੀ ਕਿਸੇ ਪੋਲੀਟੀਕਲ ਪਾਰਟੀ 'ਚ ਉਹਦੀ ਸ਼ਮੂਲੀਅਤ ਹੋਵੇ, ਹਰ ਯੂਨਿਟ ਨੇ ਸਾਡੇ ਉਲਟ ਆ ਕੇ ਗੱਲ ਕੀਤੀ। 26 ਜਨਵਰੀ ਨੂੰ ਇੱਕ ਹਿੰਸਾ ਦੱਸਿਆ ਤੇ ਉੱਥੇ ਸਾਨੂੰ ਮੁੱਖ ਆरोपी ਦੀ ਤਰ੍ਹਾਂ ਪੇਸ਼ ਕੀਤਾ ਗਿਆ ਵੀ 26 जनवरी के जो हिंसा हुई थी उसके ये मुख्य आरोपी हैं। इस तरह सानू पेश किया। उदों कोई नहीं बोलिया, उदे क्यों हवा उल्ट वग रही सी, ये नैरेटिव उल्ट सी थोड़े। ये गल जिहड़ी एक भाषा यूज हुंदी है ना, ते उत्थे हमेशा ये गल्लां कीतियां जांदियां भी भेडां, है ना। हालांकि आई डोंट स्पीक लाइक दैट्स नॉट माई वे ऑफ टॉकिंग, बट आई हैव टू यूज दिस वर्ड। ਹੁਣ ਇਹ ਗੱਲ ਪੱਕੀ ਹੁੰਦੀ ਹੈ ਵੀ ਜਿਹੜਾ ਇੱਕ ਪੋਪੂਲਰ ਨੈਰੇਟਿਵ ਹੋਵੇ ਨਾ, ਪੋਪੂਲਰ ਨੈਰੇਟਿਵ ਦੇ ਵੱਲ ਹੀ ਲੋਕਾਂ ਨੇ ਤੁਰਨਾ ਹੁੰਦਾ, ਪਰ ਉਹ ਤੁਰਦੇ ਆ ਜਿਹੜੇ ਭੇਡਾਂ ਹੁੰਦੀਆਂ। ਸੋ ਇਸ ਕਰਕੇ ਗੱਲ ਪੋਪੂਲਰ ਨੈਰੇਟਿਵ ਕੀ ਆ ਇਹ ਨਾ ਦੇਖੋ, ਗੱਲ ਸਿਧਾਂਤਕ ਤੇ ਸਹੀ ਕੀ ਆ ਇਹ ਦੇਖੋ। तो 26 जनवरी ਨੂੰ ਜਾਂ 27 ਜਨਵਰੀ ਨੂੰ ਜਾਂ ਉਸ ਵੇਲੇ ਜਦੋਂ ਸਾਨੂੰ ਜ਼ਰੂਰਤ ਸੀ ਕੋਈ ਨਹੀਂ ਖੜਿਆ। ਜਦੋਂ ਅਸੀਂ ਇਹ ਗੱਲ ਕਰਕੇ ਪੂਰਾ ਨੈਰੇਟਿਵ ਬਦਲਤਾ ਵੀ 26 ਜਨਵਰੀ ਨੂੰ ਜੋ ਹੋਇਆ ਸੀ ਕੁਝ ਗਲਤ ਨਹੀਂ ਹੋਇਆ, ਅਸੀਂ ਨਾ ਕੋਈ ਹਿੰਸਾ ਕੀਤੀ, ਨਾ ਕੋਈ ਮਿੱਥ ਕੇ ਗਿਆ ਸੀ ਉੱਥੇ, ਅਸੀਂ ਸਿਰਫ ਆਪਦਾ ਇੱਕ ਐਕਸਪ੍ਰੈਸ਼ਨ ਜ਼ਾਹਰ ਕੀਤਾ ਸੀ। ਇੱਕ ਖਾਲੀ ਲਾਲ ਕਿਲੇ ਦੇ ਪੋਲ ਤੇ ਕਿਸਾਨੀ ਝੰਡਾ ਤੇ ਨਿਸ਼ਾਨ ਸਾਹਿਬ ਜਦੋਂ ਸੰਗਤ ਨੇ ਜਾ ਕੇ ਲਾਤਾ, ਤੇ ਅੱਜ ਜੇ ਉਹ ਨੈਰੇਟਿਵ ਬਦਲਿਆ ਗਿਆ, ਅੱਜ ਹਰ ਬੰਦਾ ਇਹ ਮੰਨਦਾ ਵੀ ਕੁਝ ਗਲਤ ਨਹੀਂ ਹੋਇਆ ਸੀ, ਤੇ ਹੁਣ ਸਾਰੇ ਸਾਡੇ ਹੱਕ 'ਚ ਭੁਗਤ ਰਹੇ ਆ। ਸੋ ਜਿਹੜੀ ਗੱਲ ਆਪਾਂ ਕਰ ਰਹੇ ਸੀ ਕੌਨਫਲਿਕਟ ਪੋਲਿਟਿਕਸ 'ਚ, ਜਦੋਂ ਤੁਸੀਂ ਆਪਦੇ ਹੱਕ ਮੰਗੋਗੇ ਕੇਰਾਂ ਤਾਂ ਇਹਨਾਂ ਨੇ ਤੁਹਾਨੂੰ ਇਹ ਕਹਿਣਾ ਵੀ ਤੁਹਾਡੇ ਤੇ ਤਾਂ 84 ਵਾਪਰ ਜਾਣੀ ਆ, ਤੁਸੀਂ ਇਹ ਕੰਮ ਨਾ ਕਰਿਓ। ਇਹਦਾ ਮਤਲਬ ਉੱਥੇ ਸਾਡੀ ਕੋਈ ਸਪੇਸ ਨਹੀਂ ਆ। ਪੰਜਾਬ ਪੱਖੀ ਗੱਲ ਕਰੋਗੇ ਜਾਂ ਤੁਸੀਂ ਸੰਘਰਸ਼ੀ ਬੰਦਿਆਂ ਦੇ ਪੱਖੀ ਗੱਲ ਕਰੋਗੇ, ਆਪਦੇ ਹੱਕ ਮੰਗੋਗੇ, ਆਪਦੀ ਆਵਾਜ਼ ਬੁਲੰਦ ਕਰੋਗੇ, ਕੋਈ ਸਪੇਸ ਨਹੀਂ ਦੇਣਗੇ। ਉਸੇ ਤਰ੍ਹਾਂ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਪੱਖੀ ਗੱਲਾਂ ਮੇਨ ਸਟ੍ਰੀਮ ਪੋਲਿਟਿਕਸ 'ਚ ਰਹਿੰਦੇ ਹੋਏ ਕੀਤੀਆਂ। ਅੱਜ ਚਾਹੇ ਉਹ ਕਾਂਗਰਸ 'ਚ ਚਲੇ ਗਏ, ਇਹ ਨਾ ਆਪਾਂ ਦੇਖੀਏ ਵੀ ਉਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ, ਇਹ ਜ਼ਰੂਰ ਦੇਖੀਏ ਵੀ ਉਹਨਾਂ ਦੇ ਸਟੈਂਡ ਕੀ ਰਹੇ ਆ। ਅਸੀਂ ਇਹ ਨਹੀਂ ਭੁੱਲ ਸਕਦੇ ਉਹਨਾਂ ਨੇ ਬਹੁਤ ਜ਼ੋਰ ਲਾਇਆ ਵੀ ਪੰਜਾਬ 'ਚ ਉਹ ਬੰਦੇ ਇਕੱਠੇ ਹੋ ਜਾਣ ਜਿਹੜੇ ਪੰਜਾਬ ਪੱਖੀ ਪੋਲਿਟਿਕਸ ਕਰਨਾ ਚਾਹੁੰਦੇ ਆ, ਪਰ ਕੋਈ ਅੱਗੇ ਨਹੀਂ ਆਇਆ। ਤਾਂ ਹਾਰ ਕੇ ਉਹਨਾਂ ਨੇ ਕਾਂਗਰਸ ਵੱਲ ਨੂੰ ਆਪਦਾ ਜਾਂ ਉਸ ਸੈਂਟਰਲ ਪੋਲਿਟਿਕਸ ਦੇ ਵਿੱਚ ਰਹਿ ਕੇ ਇਹ ਸੋਚਿਆ ਵੀ ਮੈਂ ਉਹ ਸੈਂਟਰਲ ਪੋਲਿਟਿਕਸ ਜਾਂ ਕਿਸੇ ਸੈਂਟਰ ਦੀ ਪਾਰਟੀ ਦੇ ਨਾਲ ਰਹਿ ਕੇ ਪੰਜਾਬ ਪੱਖੀ ਗੱਲ ਕਰ ਲੂੰਗਾ, ਪਰ ਇਹ ਗੱਲ ਪੋਸੀਬਲ ਹੀ ਨਹੀਂ ਆ। ਉਹਨਾਂ ਨੇ ਦਿਖਾਤਾ। ਸੋ ਸਾਨੂੰ ਇੱਕ ਮੈਸੇਜ ਦਿੱਤਾ ਵੀ ਤੁਹਾਡੀ ਹਰ ਆਵਾਜ਼ ਨੂੰ ਅਸੀਂ, ਜਿਹੜੀ ਵੀ ਆਵਾਜ਼ ਤੁਹਾਡੀ ਹੱਕਾਂ ਲਈ ਉੱਠਦੀ ਆ, ਉਹਨੂੰ ਅਸੀਂ ਚੁੱਪ ਕਰਾ ਦਾਂਗੇ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਸਮਝੀਏ, ਜਿਹੜੇ ਵੀ ਸਾਡੇ ਇੰਟੈਲੈਕਚੁਅਲ ਬੰਦੇ ਆ, ਜਿਹੜੇ ਬੁੱਧੀਜੀਵੀ ਆ, ਜਿਹੜੇ ਸਕਾਲਰਸ ਆ, ਉਹਨਾਂ ਨੂੰ ਮੈਂ ਇਹ ਕਹਿ ਰਿਹਾ ਵੀ ਇਹ ਨਾ ਦੇਖੋ ਕਿਸ ਪਾਰਟੀ ਨੂੰ ਬਿਲੋਂਗ ਕਰਦੇ ਆ ਉਹ, ਇਹ ਦੇਖੋ ਵੀ ਉਹਨਾਂ ਨੇ ਅੱਜ ਤੱਕ ਪੰਜਾਬ ਪੱਖੀ ਗੱਲਾਂ ਕੀਤੀਆਂ, ਸਾਡੇ ਹੱਕ 'ਚ ਖੜੇ ਆ। ਸੋ ਇਸ ਕਰਕੇ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ 'ਚ ਸਾਨੂੰ ਖੜਨਾ ਚਾਹੀਦਾ, ਸਪੋਰਟ ਕਰਨੀ ਚਾਹੀਦੀ ਆ, ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਜੇ ਅਸੀਂ ਨਾ ਕੀਤੀ, ਜੇ ਅਸੀਂ ਚੁੱਪ ਰਹੇ, ਚੁੱਪ ਰਹਿਣਾ ਹੱਲ ਨਹੀਂ ਆ। ਜੇ ਅਸੀਂ ਚੁੱਪ ਰਹੇ, ਲੋਕਾਂ ਨੇ ਸਾਨੂੰ ਮਾਫ ਨਹੀਂ ਕਰਨਾ, ਸਾਡੀਆਂ ਪੁਸ਼ਤਾਂ ਨੂੰ ਮਾਫ ਨਹੀਂ ਕਰਨਾ। ਅਸੀਂ ਪੰਜਾਬ ਤੋਂ, ਪੰਜਾਬ ਦੀ ਸਰਜ਼ਮੀਨ ਤੋਂ, ਆਪਦੀ ਮਿੱਟੀ ਤੋਂ ਭੱਜਾਂਗੇ, ਆਪਦੀ ਜ਼ਮੀਰ ਤੋਂ ਭੱਜਾਂਗੇ, ਇਹ ਯਾਦ ਰੱਖ ਲਓ। ਸੋ ਪਹਿਲੀ ਗੱਲ, ਇਸ ਡਾਇਸੈਂਟ ਨੂੰ ਸਰਕਾਰ ਨੂੰ ਵੀ ਤੇ ਸਟੇਟ ਨੂੰ ਵੀ ਮੰਨਣਾ ਪੈਣਾ। ਇਸ ਪੀਸਫੁਲ ਡਾਇਸੈਂਟ ਨੂੰ ਸਪੇਸ ਦੇਣੀ ਪੈਣੀ ਆ, ਇਹ ਤੋਂ ਬਿਨਾ ਕੋਈ ਹੱਲ ਨਹੀਂ ਆ। ਨਹੀਂ ਤਾਂ ਬਹੁਤ ਵੱਡਾ ਤਣਾਅ ਤੇ ਟਕਰਾਅ ਆਪ ਪੈਦਾ ਕਰ ਰਹੇ ਆ ਇਹ। ਇਹਨਾਂ ਨੂੰ ਸਮਝ ਹੋਣੀ ਚਾਹੀਦੀ ਆ। ਸੋ ਪਹਿਲੀ ਗੱਲ,
ਇੱਥੇ ਹੀ ਖਤਮ ਕਰਦੇ ਹਾਂ। ਦੂਜੀ ਗੱਲ ਨਾਲ ਹੀ ਲੱਗਦੇ ਆਪਾਂ ਜਿਸ ਗੱਲ ਤੇ ਆਉਣੇ ਆ ਉਹ ਇਹ ਆ ਵੀ ਸਾਡੇ ਆਨਰੇਬਲ ਜੋ ਚੀਫ ਮਿਨਿਸਟਰ ਸਾਹਿਬ ਆ, ਉਹਨਾਂ ਨੇ ਇੱਕ ਦੋ ਬਿਆਨ ਇਹੋ ਜਿਹੇ ਦਿੱਤੇ ਜਿਹਦੇ ਕਰਕੇ ਮੈਨੂੰ ਇਹ ਗੱਲ ਬੋਲਣੀ ਪੈ ਰਹੀ ਆ। ਪਹਿਲੀ ਗੱਲ ਉਹਨਾਂ ਨੇ ਇਹ ਕਹੀ ਵੀ 2-2 ਲੱਖ ਰੁਪਈਆ ਉਹਨਾਂ ਨੂੰ ਕਿਸਾਨਾਂ ਨੂੰ ਦੇਵਾਂਗੇ ਜਿਨ੍ਹਾਂ ਤੇ 26 ਜਨਵਰੀ ਨੂੰ ਕੇਸ ਪਿਆ ਸੀ। ਚੰਨੀ ਸਾਹਿਬ ਨੂੰ ਇੱਕ ਗੱਲ ਆਪਾਂ ਕਹੀਏ ਵੀ ਇਹ ਮਸਲੇ ਨੂੰ ਤੁਸੀਂ ਸਮਝੋ, ਇਹ ਕੋਈ ਆਰਥਿਕ ਮਸਲਾ ਨਹੀਂ ਸੀ, ਨਾ ਆਰਥਿਕ ਲੜਾਈ ਸੀ। ਇਹ ਮਸਲਾ ਸਾਡੀ ਹੋਂਦ ਦਾ, ਸਾਡੀ ਪਛਾਣ ਦਾ, ਸਾਡੀ ਈਵਨ ਪੋਲੀਟੀਕਲ ਜਿਹੜੀ ਇੱਕ ਗਰਾਊਂਡ ਉਹਦਾ। ਕਿਉਂਕਿ ਜੇ ਪੰਜਾਬ ਦੀ ਰੈਲੇਵੈਂਟ ਪੋਲਿਟਿਕਸ ਰੱਖਣੀ ਹੈ ਨਾ, ਜਿਹੜੇ ਤੁਸੀਂ ਕੁਰਸੀ ਤੇ ਬੈਠੇ ਹੋ ਉਸ ਕੁਰਸੀ ਨੂੰ ਜੇ ਤੁਸੀਂ ਰੈਲੇਵੈਂਟ ਰੱਖਣਾ ਤੇ ਵਾਰ-ਵਾਰ ਦਿੱਲੀ ਵੱਲ ਨੂੰ ਕਾਰਾਂ ਨਹੀਂ ਭਜਾਉਣੀਆਂ ਪੈਣੀਆਂ ਜਾਂ ਤੁਹਾਨੂੰ ਹੈਲੀਕਾਪਟਰਾਂ ਤੇ ਚੜ੍ਹ ਕੇ ਛੋਟੀ ਜੀ ਗੱਲ ਖਾਤਰ ਦਿੱਲੀ ਨਾ ਜਾਣਾ ਪਵੇ, ਤਾਂ ਫਿਰ ਮਸਲੇ ਨੂੰ ਸਮਝੋ। ਕਿਉਂਕਿ ਨਾਲ ਤੁਸੀਂ ਇੱਕ ਗੱਲ ਹੋਰ ਕਹੀ ਆ ਵੀ ਅਕਾਲੀ ਦਲ ਅੱਜ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਉਹਦੀ ਗੱਲ ਕਰ ਰਿਹਾ। ਇਸ ਮਤੇ ਨੂੰ ਅੱਗੇ ਕਰਕੇ ਲੋਕਾਂ ਨੂੰ ਭੜਕਾਇਆ ਗਿਆ ਸੀ ਤੇ ਲੋਕਾਂ ਦਾ ਘਾਣ ਕੀਤਾ, ਉਹਨਾਂ ਦੀਆਂ ਜ਼ਿੰਦਗੀਆਂ ਦਾ ਘਾਣ ਕੀਤਾ। ਇਹ ਸਟੇਟਮੈਂਟ ਥੋੜੀ ਜਿਹੀ ਆਪਾਂ ਇਹਨੂੰ ਐਨਾਲਾਈਜ਼ ਕਰੀਏ, ਕਿਉਂਕਿ ਪ੍ਰੋਪੇਗੈਂਡਾ ਜਿਹੜੀ ਭਾਸ਼ਾ ਜਾਂ ਇੱਕ ਸਿਰਫ ਬਿਆਨ ਦੇਣ ਵਾਸਤੇ ਬਿਆਨ ਦੇ ਦਿੱਤੇ ਜਾਂਦੇ ਆ, ਲੋਕਾਂ ਨੂੰ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ। ਸਾਡੇ ਆਨਰੇਬਲ ਜੋ CM ਆ ਉਹਨਾਂ ਨਾਲ ਇੱਕ ਗੱਲ ਉਹਨਾਂ ਤੱਕ ਪਹੁੰਚਣੀ ਚਾਹੀਦੀ ਆ ਵੀ ਅਨੰਦਪੁਰ ਸਾਹਿਬ ਦਾ ਜੋ ਮਤਾ ਸੀ ਉਹ ਪੰਜਾਬ ਦੇ ਵੱਧ ਅਧਿਕਾਰਾਂ ਦਾ ਮਤਾ ਸੀ। ਉਹ ਕਿਸੇ ਪਾਰਟੀ ਦੀ ਜਾਂ ਅਕਾਲੀ ਦਲ ਦੀ ਕੋਈ ਨਿੱਜੀ ਜਾਇਦਾਦ ਨਹੀਂ ਆ ਅਨੰਦਪੁਰ ਸਾਹਿਬ ਦਾ ਮਤਾ। ਉਦੋਂ ਸੰਘਰਸ਼ੀ ਬੰਦਿਆਂ ਨੇ ਉਸ ਵੇਲੇ ਦੇ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ, ਜਿਵੇਂ ਕਿ ਹਰ ਸੂਬਾ ਆਪਦੇ ਵੱਧ ਅਧਿਕਾਰਾਂ ਦੀ ਗੱਲ ਕਰ ਰਿਹਾ ਇਸ ਦੇਸ਼ 'ਚ। ਸੋ ਇੱਕ ਫੈਡਰਲ ਢਾਂਚੇ ਦੀ ਗੱਲ ਕਰ ਰਿਹਾ। ਅੱਜ ਜਿਹੜਾ ਕਿਸਾਨੀ ਸੰਘਰਸ਼ ਵੀ ਚੱਲ ਰਿਹਾ ਨਾ, ਇਹ ਵੀ ਉਸ ਅਨੰਦਪੁਰ ਸਾਹਿਬ ਮਤੇ ਦੇ ਸੰਘਰਸ਼ ਦੀ ਐਕਸਟੈਂਸ਼ਨ ਆ। ਜੇ ਸਾਨੂੰ ਉਦੋਂ ਅਨੰਦਪੁਰ ਸਾਹਿਬ ਦੇ ਮਤੇ 'ਚ ਲਿਖੇ ਹੋਏ ਉਸ ਹੱਕ ਮਿਲੇ ਹੁੰਦੇ ਤਾਂ ਅੱਜ ਕਿਸਾਨਾਂ ਨੂੰ ਸੜਕਾਂ ਤੇ ਨਹੀਂ ਬੈਠਣਾ ਪੈਣਾ ਸੀ। ਸਾਲ ਤੋਂ ਵੱਧ ਹੋ ਗਿਆ। ਇੱਕ ਪਾਸੇ ਤਾਂ ਤੁਸੀਂ ਇਹ ਕਹਿ ਰਹੇ ਹੋ ਵੀ ਕਿਸਾਨਾਂ ਦੇ ਨਾਲ ਆ, ਕਿਸਾਨ ਜੋ ਕਹਿ ਰਹੇ ਆ ਠੀਕ ਕਹਿ ਰਹੇ ਆ, ਤੇ ਦੂਜੇ ਪਾਸੇ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਨਿੰਦਦੇ ਹੋ। ਇਹ ਤਾਂ ਫਿਰ ਆਪਸ 'ਚ ਹੀ ਟਕਰਾਅ, ਤੁਹਾਡੇ ਸਟੇਟਮੈਂਟਸ 'ਚ ਟਕਰਾਅ, ਇਹ ਤਾਂ ਕੌਨਫਲਿਕਟ ਆ। ਇੱਕ ਪਾਸੇ ਚੱਲੋ ਔਰ ਪਾਸਾ ਤੁਹਾਨੂੰ ਵੀ ਪੰਜਾਬ ਵਾਲਾ ਹੀ ਫੜਨਾ ਪੈਣਾ, ਕਿਉਂਕਿ ਲੋਕਾਂ ਨੇ ਮਾਫ ਤੁਹਾਨੂੰ ਵੀ ਨਹੀਂ ਕਰਨਾ। ਇੱਕ ਗੱਲ ਤੁਸੀਂ ਸਮਝ ਲਓ ਵੀ ਜਦੋਂ ਅਕਾਲੀ ਦਲ ਜਦੋਂ ਤੱਕ ਅਨੰਦਪੁਰ ਸਾਹਿਬ ਮਤੇ ਤੇ ਪਹਿਰਾ ਦਿੰਦਾ ਰਿਹਾ, ਉਦੋਂ ਤੱਕ ਵਰਕਰ ਅਕਾਲੀ ਦਲ ਦੇ ਜਾਂ ਲੋਕ ਸ਼ਹਾਦਤਾਂ ਦਿੰਦੇ ਰਹੇ ਅਕਾਲੀ ਦਲ ਲਈ। ਜਿੱਦਾਂ ਅਕਾਲੀ ਦਲ ਅਨੰਦਪੁਰ ਸਾਹਿਬ ਦੇ ਮਤੇ ਤੋਂ ਪਾਸੇ ਹਟ ਗਿਆ ਤੇ ਸੈਂਟਰ ਦੀ ਪੋਲਿਟਿਕਸ ਦੇ ਨਾਲ ਰਲ ਗਿਆ, ਤੇ ਤੁਸੀਂ ਵੇਖ ਲਓ ਹਸ਼ਰ ਕੀ ਹੋਇਆ ਅਕਾਲੀ ਦਲ ਦਾ। ਸੋ ਇਹ ਹਸ਼ਰ ਤੁਹਾਡਾ ਵੀ ਹੋਣਾ ਜੇ ਤੁਸੀਂ ਪੰਜਾਬ ਪੱਖੀ ਪੋਲਿਟਿਕਸ ਤੋਂ ਭੱਜੇ। ਇੱਕ ਗੱਲ ਤੁਸੀਂ ਯਾਦ ਰੱਖੋ ਵੀ ਤੁਹਾਡੀ ਸਰਕਾਰ ਵੀ ਪਾਵਰ 'ਚ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਹੀ ਆਈ ਸੀ। ਤੁਸੀਂ ਵੀ ਪੰਥ ਨੂੰ ਸੰਬੋਧਨ ਕਰਕੇ ਤੇ ਪੰਥ ਨੂੰ ਇਹ ਵਿਸ਼ਵਾਸ ਦਿਵਾ ਕੇ ਵੀ ਇੱਥੇ ਪੰਜਾਬ ਪੱਖੀ ਮਸਲਿਆਂ ਦੀ ਗੱਲ ਕਰਾਂਗੇ, ਪੰਜਾਬ ਦੇ ਜਿਹੜੇ ਮੌਜੂਦਾ ਮਸਲੇ ਆ, ਜਿਹੜੇ ਅਸਲ ਮਸਲੇ ਆ, ਉਹਨਾਂ ਦੀ ਗੱਲ ਕਰਾਂਗੇ, ਉਹਨਾਂ ਨੂੰ ਹੱਲ ਕਰਾਂਗੇ। ਤੇ ਫਿਰ ਉੱਥੇ ਗੁਟਕਾ ਸਾਹਿਬ ਤੇ ਸੌਹਾਂ ਖਾਧੀਆਂ ਗਈਆਂ ਤੇ ਤਾਂ ਤੁਸੀਂ ਕਿਤੇ ਜਾ ਕੇ ਪਾਵਰ 'ਚ ਆਏ ਸੀ। ਸੋ ਇਸ ਕਰਕੇ ਨਾ ਤਾਂ ਪੰਥ ਤੋਂ ਪਾਸੇ ਹੋਇਓ, ਨਾ ਪੰਜਾਬ ਪੱਖੀ ਗੱਲਾਂ ਤੋਂ ਪਾਸੇ ਹੋਇਓ। ਇਹ ਗੱਲਾਂ ਜਿਹੜੀਆਂ ਸਮਝਣੀਆਂ ਇਸ ਲਈ ਜ਼ਰੂਰੀ ਆ ਵੀ ਜੇ 84 'ਚ ਜੋ ਸਾਡੇ ਨਾਲ ਵਾਪਰਿਆ, ਜਦੋਂ ਉਹ ਮਹੀਨਾ ਆਉਂਦਾ ਤੇ ਤੁਸੀਂ ਇੱਕ ਪੋਲੀਟੀਕਲ ਆਪਦਾ ਬੈਨੀਫਿਟ ਲੈਣ ਲਈ, ਕੋਈ ਵੀ ਪੋਲੀਟੀਕਲ ਪਾਰਟੀ ਦੇ ਜਿਹੜੇ ਨੇਤਾ ਉਹ ਆਪਦੇ ਅਹਿਸਾਸ 'ਚੋਂ ਗੱਲ ਨਹੀਂ ਕਰਦੇ ਵੀ ਬਹੁਤ ਗਲਤ ਹੋਇਆ ਸੀ। ਇੱਕ ਪੋਲੀਟੀਕਲ ਬੈਨੀਫਿਟ ਲੈਣ ਲਈ ਤੁਸੀਂ ਗੱਲਾਂ ਕਰਨ ਲੱਗ ਜਾਂਦੇ ਹੋ ਵੀ ਬਹੁਤ ਗਲਤ ਹੋਇਆ ਸੀ। ਉਦੋਂ ਜੋ ਨਸਲਕੁਸ਼ੀ ਹੋਈ ਸਾਡੇ ਨਾਲ ਉਹ ਬਹੁਤ ਗਲਤ ਹੋਇਆ, ਜੋ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਹ ਬਹੁਤ ਗਲਤ ਹੋਇਆ। ਤੇ ਫਿਰ ਦੁਬਾਰਾ ਤਾਂ ਨਾ ਸਿਰਜੋ, ਉਹ ਮਾਹੌਲ ਤਾਂ ਨਾ ਸਿਰਜੋ। ਅਸਲ ਜੜ ਨੂੰ ਤਾਂ ਸਮਝੋ ਵੀ ਬਿਮਾਰੀ ਦੀ ਜੜ ਕਿੱਥੇ ਪਈ ਆ। ਤੇ ਜਦੋਂ ਤੱਕ ਅਸੀਂ ਉਹਨਾਂ ਮਸਲਿਆਂ ਨੂੰ ਸੰਬੋਧਨ ਨਹੀਂ ਹੋਵਾਂਗੇ, ਜਦੋਂ ਤੱਕ ਅਸੀਂ ਇੱਕ ਫੈਡਰਲ ਢਾਂਚੇ ਨੂੰ ਇੱਥੇ ਇਸ ਦੇਸ਼ 'ਚ ਉਸ ਤਰ੍ਹਾਂ ਉਹਦੇ ਲਈ ਆਵਾਜ਼ ਨਹੀਂ ਬੁਲੰਦ ਕਰਾਂਗੇ, ਪੰਜਾਬ ਕੋਲੇ ਆਪਦੀ ਜਿਹੜੀ ਕਿਸਮਤ ਘੜਨ ਦੇ ਅਧਿਕਾਰ ਨਹੀਂ ਹੋਣਗੇ, ਉਦੋਂ ਤੱਕ ਸਾਡੇ ਆ ਬੰਦੇ ਸੜਕਾਂ ਤੇ ਕਿਸਾਨ ਜਿਵੇਂ ਬੈਠੇ ਆ, ਸਾਡੇ ਬਜ਼ੁਰਗ ਬੈਠੇ ਆ, ਬੈਠੇ ਰਹਿਣਗੇ। ਸਮੇਂ-ਸਮੇਂ ਤੋਂ ਇਹ ਸੰਘਰਸ਼ ਪੈਦਾ ਹੁੰਦੇ ਰਹਿਣਗੇ। ਸਰਕਾਰ, ਸੈਂਟਰ ਸਰਕਾਰ ਤੇ ਪੰਜਾਬ ਦੇ ਸਾਡੇ ਪੋਲੀਟੀਸ਼ੀਅਨਸ ਨਾਲ ਰਲ ਕੇ ਉਹਨਾਂ ਦੇ ਉਹ ਸੰਘਰਸ਼ਾਂ ਨੂੰ ਖਤਮ ਕਰਦੀ ਰਹੂਗੀ ਤੇ ਤਣਾਅ ਤੇ ਟਕਰਾਅ ਵੱਧਦਾ ਰਹੂਗਾ। ਤੁਸੀਂ ਜਦੋਂ ਤੱਕ ਬਿਮਾਰੀ ਦੀ ਜੜ ਨੂੰ ਨਹੀਂ ਫੜੋਗੇ, ਉਹਨੂੰ ਨਹੀਂ ਪੱਟੋਗੇ, ਇਹਨਾਂ ਮਸਲਿਆਂ ਨੇ ਹੱਲ ਨਹੀਂ ਹੋਣਾ।
ਸੋ ਇਸ ਕਰਕੇ ਚਾਹੇ ਪੰਜਾਬ 'ਚ ਅੱਜ ਮੌਜੂਦਾ ਜੋ ਮੁੱਖ ਮੰਤਰੀ ਆ ਕਹਿ ਹੋਏ ਰਹੇ ਆ ਵੀ ਪੰਜਾਬ ਪੱਖੀ ਪੋਲਿਟਿਕਸ ਕਰਾਂਗੇ, ਸਾਡੇ ਲਈ ਇਹ ਗੱਦੀਆਂ, ਸਾਡੇ ਲਈ ਇਹ ਜਿਹੜੀਆਂ ਪੋਜੀਸ਼ਨਾਂ ਮੈਟਰ ਨਹੀਂ ਕਰਦੀਆਂ, ਫਿਰ ਪੰਜਾਬ ਪੱਖੀ ਗੱਲ ਤੇ ਆਓ, ਫਿਰ ਮਸਲਿਆਂ ਨੂੰ ਸਮਝੋ, ਫਿਰ ਸਮਝੋ ਬਿਮਾਰੀ ਦੀ ਜੜ ਕਿੱਥੇ ਪਈ ਆ। ਉਹ ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਹਾਲਾਂਕਿ ਸੈਂਟਰ ਦੀ ਕਿਸੇ ਵੀ ਪਾਰਟੀ ਤੋਂ ਮੈਨੂੰ ਕੋਈ ਉਮੀਦ ਨਹੀਂ ਆ। ਇਸੇ ਤਰ੍ਹਾਂ ਅਕਾਲੀ ਦਲ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਜਦੋਂ ਤੱਕ ਉਹ ਪੰਜਾਬ ਦੇ ਵੱਧ ਅਧਿਕਾਰਾਂ ਜਾਂ ਮਸਲਿਆਂ ਤੇ ਰਹਿਣਗੇ, ਜਾਂ ਇਹ ਤਾਂ ਲੋਕ ਫੈਸਲਾ ਕਰਨਗੇ। ਜੋ ਘਾਣ ਅਕਾਲੀ ਦਲ ਤੋਂ ਪੰਥਕ ਘਾਣ ਹੋਇਆ ਨਾ, ਉਹਦੇ ਲਈ ਲੋਕ ਮਾਫ ਕਰ ਸਕਦੇ ਆ ਕਿ ਨਹੀਂ, ਇਹ ਤਾਂ ਲੋਕਾਂ ਤੋਂ ਪੁੱਛੋ। ਪਰ ਕੋਈ ਵੀ ਪੋਲੀਟੀਸ਼ੀਅਨ ਅੱਜ ਉਹ ਜਿੱਥੇ ਅਸੀਂ ਖੜੇ ਆ, ਕਿਸਾਨੀ ਸੰਘਰਸ਼ ਤੋਂ ਬਾਅਦ ਜੋ ਇੱਕ ਚੇਤਨਾ ਪੈਦਾ ਹੋ ਗਈ ਆ, ਜੋ ਇੱਕ ਕਲੈਕਟਿਵ ਕੌਨਸ਼ੀਅਸਨੈਸ ਪੈਦਾ ਹੋ ਗਈ ਆ, ਸਾਨੂੰ ਹੁਣ ਤੁਸੀਂ ਮੂਰਖ ਨਾ ਬਣਾਓ। ਪੰਜਾਬ ਦੇ ਅਸਲ ਮੁੱਦਿਆਂ ਤੇ ਆਓ, ਅਸਲ ਪੋਲਿਟਿਕਸ ਤੇ ਆਓ। ਪੰਜਾਬ 'ਚ ਚਾਹੇ ਕੌਨਫਲਿਕਟ ਪੋਲਿਟਿਕਸ ਹੋਵੇ, ਚਾਹੇ ਮੇਨ ਸਟ੍ਰੀਮ ਪੋਲਿਟਿਕਸ ਹੋਵੇ, ਤੁਹਾਨੂੰ ਸਪੇਸ ਵੀ ਉਸ ਸਪੇਸ ਖਾਤਰ ਲੜਨਾ ਪੈਣਾ ਤਾਂ ਕਿ ਸੈਂਟਰ ਸਰਕਾਰ ਤੋਂ, ਦਿੱਲੀ ਤੋਂ ਅਸੀਂ ਉਹ ਸਪੇਸ ਲੈ ਕੇ ਆਈਏ, ਉਹ ਜਗ੍ਹਾ ਆਪਦੀ ਲੈ ਕੇ ਆਈਏ। ਉਹਦੇ ਵਿਰੁੱਧ ਅਸੀਂ ਸੈਂਟਰਲ ਪੋਲਿਟਿਕਸ ਦੇ ਵਿਰੁੱਧ ਸੰਘਰਸ਼ ਕਰਕੇ ਆਪਦੀ ਹੋਂਦ ਨੂੰ ਬਚਾਈ ਰੱਖੀਏ, ਆਪਦੇ ਪੋਲੀਟੀਕਲ ਤੇ ਸੋਸ਼ਲ ਇੱਕ ਕਲਚਰ ਨੂੰ ਬਚਾਈ ਰੱਖੀਏ। ਸਾਡਾ ਜਿਹੜਾ ਪੰਜਾਬ ਦੀ ਪੋਲਿਟਿਕਸ ਰੈਲੇਵੈਂਟ ਰਹੇ। ਨਹੀਂ ਤਾਂ ਤੁਸੀਂ ਜਿਹੜੇ 117 MLA ਉੱਥੇ ਕਿਸਾਨੀ ਸੰਘਰਸ਼ 'ਚ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਖੜ ਕੇ ਤੁਸੀਂ ਵਿਧਾਨ ਸਭਾ 'ਚ ਮਤੇ ਪਾਏ ਆ, ਉਹ ਮਤੇ ਇੱਕ ਸਿਰਫ ਕਾਗਜ਼ ਦਾ ਟੁਕੜਾ, ਤੇ ਇਹ ਕਾਗਜ਼ ਦੇ ਟੁਕੜੇ ਇਦੋਂ ਵੀ ਵੱਡੇ ਤੁਸੀਂ ਮਤੇ ਪਾਉਂਦੇ ਰਹੋਗੇ, ਉਹ ਕਾਗਜ਼ ਦੇ ਟੁਕੜੇ ਬਣਦੇ ਰਹਿਣਗੇ, ਕਿਸੇ ਚੀਜ਼ ਨੇ ਰੈਲੇਵੈਂਟ ਨਹੀਂ ਰਹਿਣਾ। ਸੋ ਗੱਲਾਂ ਆਪਾਂ ਹੋਰ ਵੀ ਕਰਨੀਆਂ ਸੀ, ਕਿਉਂਕਿ ਜਿਵੇਂ ਸਾਡੇ ਇੱਥੇ ਪੰਜਾਬੀ ਆਪਣੀ ਬੋਲੀ CBSE ਚੋਂ ਬਾਹਰ ਕਰਤੀ, ਉੱਥੇ ਵੀ ਸਰਦਾਰ ਚੰਨੀ ਨੇ ਪਹਿਲਾਂ ਇੱਕ ਟਵੀਟ ਕੀਤਾ ਵੀ ਮੈਨੂੰ ਬੜਾ ਖੇਦ ਆ, ਜਾਂ ਇੱਕ ਖੇਦ ਜ਼ਾਹਿਰ ਕੀਤਾ ਵੀ ਪੰਜਾਬੀ ਨੂੰ ਬਾਹਰ ਕਰਤਾ। ਨਹੀਂ, ਸਾਡੇ ਕੋਲੇ ਪਾਵਰ ਹੋਣੀ ਚਾਹੀਦੀ ਆ, ਅਸੀਂ ਲਾਅ ਬਣਾਈਏ। ਸਾਡੇ ਕੋਲੇ ਪ੍ਰਵਾਸੀ ਆ ਕੇ ਜਿਸ ਤਰ੍ਹਾਂ ਇੱਥੇ ਸਾਡੇ ਵੀ ਆਓ, ਤੁਹਾਨੂੰ ਅਸੀਂ ਆਧਾਰ ਕਾਰਡ ਵੀ ਦਿੰਨੇ ਆ, ਤੇ ਤੁਹਾਨੂੰ ਜਿਹੜੇ ਮਜ਼ਦੂਰ ਆਉਂਦੇ ਆ ਪ੍ਰਵਾਸੀ, ਤੁਹਾਨੂੰ ਅਸੀਂ ਇੱਥੇ ਘਰ ਵੀ ਬਣਾ ਕੇ ਦੇਵਾਂਗੇ। ਜੇ ਇਹ ਜਿਹਾ ਕੁਝ ਕਰਦੇ ਰਹਾਂਗੇ ਤਾਂ ਸਾਡੇ ਮਜ਼ਦੂਰਾਂ ਦੇ ਹਿੱਤਾਂ ਦਾ ਘਾਣ ਹੋਈ ਜਾਂਦਾ। ਸਾਡੇ ਕੋਲੇ ਨੌਕਰੀਆਂ ਜਿਹੜੀਆਂ, ਉੱਥੇ ਪੰਜਾਬੀਆਂ ਨੂੰ ਪਹਿਲ ਨਹੀਂ ਦਿੱਤੀ ਜਾ ਰਹੀ। ਸਰਕਾਰੀ ਨੌਕਰੀਆਂ 'ਚ, ਪ੍ਰਾਈਵੇਟ ਨੌਕਰੀਆਂ 'ਚ ਜੇ ਹਰਿਆਣਾ ਸਰਕਾਰੀ ਤੇ ਪ੍ਰਾਈਵੇਟ 'ਚ ਦੇ ਸਕਦਾ, ਅਸੀਂ ਕਿਉਂ ਨਹੀਂ ਦੇ ਸਕਦੇ? ਜੇ ਹਿਮਾਚਲ ਇਹ ਡੋਮਿਸਾਈਲ ਦਾ ਲਾਅ ਬਣਾ ਸਕਦਾ ਵੀ ਇੱਥੇ ਬਾਹਰਲਾ ਬੰਦਾ ਆ ਕੇ ਜ਼ਮੀਨ ਨਹੀਂ ਖਰੀਦੂਗਾ, ਅਸੀਂ ਕਿਉਂ ਨਹੀਂ ਬਣਾ ਸਕਦੇ? ਸੋ ਬੜਾ ਕੁਝ ਕਰਨ ਨੂੰ ਆ। ਸਾਨੂੰ ਵਾਕਈ ਇੱਕ ਕਲੈਕਟਿਵ ਕੌਨਸ਼ੀਅਸ ਨਾਲ ਉਹਨਾਂ ਬੰਦਿਆਂ ਨੂੰ ਨਾਲ ਲੈ ਕੇ ਤੁਰਨਾ ਪਊਗਾ ਜਿਹੜੇ ਪੰਜਾਬ ਪੱਖੀ ਪੋਲਿਟਿਕਸ ਕਰਨਾ ਚਾਹੁੰਦੇ ਆ। ਤੋ ਗੱਲਾਂ ਹੋਰ ਆਪਾਂ ਕਰਾਂਗੇ, ਇਹਨਾਂ ਪੋਲੀਟੀਸ਼ੀਅਨਸ ਨੂੰ ਪੰਜਾਬ ਦੇ ਅਸਲ ਮੁੱਦਿਆਂ ਤੇ ਰੱਖਾਂਗੇ ਤਾਂ ਕਿ ਸਾਨੂੰ ਇਹ ਹੋਰ ਆਉਣ ਵਾਲੇ ਸਮੇਂ 'ਚ ਆਰਥਿਕ ਥੋੜੇ ਬਹੁਤ ਸਾਡੇ ਰਿਆਇਤਾਂ ਦੇ ਕੇ ਮੂਰਖ ਨਾ ਬਣਾ ਸਕਣ। ਇੰਨੀਆਂ ਕੁ ਗੱਲਾਂ ਅੱਜ ਕਰਨੀਆਂ ਸੀ। ਸਭ ਤੋਂ ਮੇਨ ਗੱਲ ਸਰਦਾਰ ਸੁਖਪਾਲ ਸਿੰਘ ਖਹਿਰਾ, ਉਹਨਾਂ ਦੀ ਸਪੋਰਟ ਕਰਨੀ, ਉਹਨਾਂ ਦੇ ਲਈ ਆਵਾਜ਼ ਬੁਲੰਦ ਕਰਨੀ, ਉਹਨਾਂ ਦੇ ਨਾਲ ਡਟ ਕੇ ਰਹਿਣਾ, ਕਿਉਂਕਿ ਇੱਕੋ ਇੱਕ ਬੰਦਾ ਕੁਝ ਬੰਦਿਆਂ 'ਚੋਂ, ਕੁਝ ਨਾਮਾਂ 'ਚੋਂ ਜਿਹੜਾ ਪੰਜਾਬ ਪੱਖੀ ਹਮੇਸ਼ਾ ਪੋਲਿਟਿਕਸ ਕਰਦਾ ਰਿਹਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।